ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣਨ ਜਾ ਰਹੇ ਹੋ ਰੁਪਿੰਦਰ ਕੌਰ ਸੰਧੂ ਹੋਰਾਂ ਦੀ ਆਵਾਜ਼ ਵਿੱਚ ਉਹਨਾਂ ਦੀ ਆਪਣੀ ਲਿਖੀ ਕਹਾਣੀ ਪਤਝੜ। ਕਦੀ-ਕਦੀ ਅਸੀਂ ਦੂਜਿਆਂ ਨੂੰ ਜਿਉਂਦੇ ਦਿਸਦੇ ਹਾਂ, ਪਰ ਜ਼ਿੰਦਗੀ ਨਾਂ ਦਾ ਕੁਝ ਬਚਿਆ ਨਹੀਂ ਹੁੰਦਾ ਅੰਦਰ। ਲੋਕਾਂ ਲਈ ਹੱਸਦੇ ਹਾਂ, ਖਾਂਦੇ ਹਾਂ, ਵੰਨ-ਸੁਵੰਨਾ ਪਾਉਂਦੇ ਹਾਂ, ਪਰ ਜਿਉਂਦੇ ਨਹੀਂ ਹੁੰਦੇ। ਇਹ ਹਾਲਾਤ ਕਦੇ ਇੱਕ ਦਿਨ 'ਚ ਨਹੀਂ ਆਉਂਦੇ, ਨਾ ਹੀ ਇੱਕ ਦਿਨ 'ਚ ਜਾਂਦੇ ਦੇਖੇ ਨੇ ਕਦੇ। ਇਹਨਾਂ ਦਾ ਇੱਕ ਲੰਮਾ ਅਰਸਾ ਹੁੰਦਾ। ਇਹਨਾਂ ਤੋਂ ਟੁੱਟੇ ਕਈ ਬਿਲਕੁਲ ਟੁੱਟ ਜਾਂਦੇ ਨੇ ਤੇ ਕਈ ਵਾਰ ਮੁੜ ਜੁੜਨ ਦੀ ਕੋਸ਼ਿਸ਼ ਨਾਲ ਜਿੱਤ ਵੀ ਜਾਂਦੇ ਨੇ। ਇਹ ਜ਼ਿੰਦਗੀ 'ਚ ਆਈ ਇੱਕ ਪਤਝੜ, ਜਿਸ ਦਾ ਅੰਦਾਜ਼ਾ ਸਾਨੂੰ ਉਦੋਂ ਲੱਗਦਾ ਜਦੋਂ ਉਹਨੂੰ ਹੰਢਾਉਣ ਵਾਲਾ ਸਾਡੇ ਹੱਥਾਂ 'ਚੋਂ ਕਿਰ ਜਾਂਦਾ। ਅਕਸਰ ਇੱਕ ਕੁੜੀ ਜਿਹੜੀ ਅਖਬਾਰਾਂ ਦੀਆਂ ਸੁਰਖੀਆਂ ਬਣੀ ਸੀ ਬਹੁਤ ਸਮਾਂ ਪਹਿਲਾਂ। ਮੈਂ ਉਹਨੂੰ ਜਾਣਦੀ ਨਹੀਂ ਸਾਂ, ਨਾ ਕਦੀ ਮਿਲੀ ਸੀ, ਪਰ 2 ਵਾਰ ਅਖਬਾਰ 'ਤੇ ਵੇਖੀ ਸੀ ਉਹਦੀ ਫੋਟੋ ਮੈਂ। ਉਹਦਾ ਉਹ ਚਿਹਰਾ ਹਜ਼ਾਰਾਂ ਵਾਰ ਮੇਰੀਆਂ ਅੱਖਾਂ ਅੱਗੋਂ ਲੰਘਿਆ। ਉਹ 4 ਸਾਲਾਂ ਦੇ ਪੁੱਤਰ ਦੀ ਮਾਂ ਸੀ ਤੇ ਉਹਨੇ ਆਪਣੇ 4 ਸਾਲ ਦੇ ਪੁੱਤਰ ਨਾਲ ਆਪਣੀ ਜਿੰਦ ਨੂੰ ਨਹਿਰ ਦੇ ਹਵਾਲੇ ਕਰ ਦਿੱਤਾ। ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਬੇਵੱਸ ਜਿਹਾ ਉਹਦਾ ਪਿਓ ਕੁਝ ਵੀ ਕਹਿਣ ਦੇ ਹਾਲ ਤੋਂ ਕੋਹਾਂ ਦੂਰ ਧੀ ਦੇ ਦੁਨੀਆ ਤੋਂ ਇਉਂ ਰੁਖਸਤ ਹੋ ਜਾਣ ਦੇ ਸੱਚ 'ਤੇ ਭਰੋਸਾ ਨਹੀਂ ਸੀ ਕਰ ਪਾ ਰਿਹਾ। ਕਹਿਣ ਵਾਲੇ ਕਹਿ ਰਹੇ ਸੀ, ਨਿੱਕੀ ਜਿਹੀ ਜਿੰਦ ਦਾ ਕੀ ਕਸੂਰ ਸੀ, ਪੁੱਤਰ ਨਾਲ ਤਾਂ ਇਉਂ ਨਾ ਕਰਦੀ। ਪਰ ਡਾਢੇ ਸ਼ਾਇਦ ਮਾਂ ਦੇ ਦਿਲ ਦੀਆਂ ਰਮਜ਼ਾਂ ਨਾ ਸਮਝ ਸਕੇ, ਜਿਹੜੀ ਆਪ ਮਾਪਿਆਂ ਵਾਲੀ ਹੋ ਕੇ ਵੀ 30-32 ਸਾਲ ਦੀ ਉਮਰਾਂ 'ਚ ਇਸ ਜੀਵੜੇ ਦੀਆਂ ਕੁਰੁਕਤ ਹਵਾਵਾਂ ਨਾ ਝੱਲ ਸਕੀ। ਉਹ 4 ਸਾਲ ਦੀ ਜ਼ਿੰਦ ਨੂੰ ਕਿਵੇਂ ਛੱਡ ਦਿੰਦੀ ਦੁਨੀਆ 'ਤੇ? ਉਹਦੇ ਦਿਲ 'ਚ ਕੀ ਆਇਆ ਹੋਣਾ? ਉਹਨੇ ਕੀ ਸੋਚਿਆ ਹੋਣਾ? ਖੌਰੇ ਕਿੰਨੀ ਵਾਰ ਆਪਣੇ ਪੁੱਤਰ ਦੇ ਮੁੱਖ ਨੂੰ ਚੁੰਮਿਆ ਹੋਣਾ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ। ਸਿਰਫ ਕੋਈ ਮਾਂ ਹੀ ਸਮਝ ਸਕਦੀ ਹੈ ਕਿ ਇੱਕ ਪੁੱਤ ਦਾ ਕਤਲ ਆਪਣੇ ਹੱਥੀਂ ਕਰਨਾ ਕਿੰਨਾ ਔਖਾ ਹੁੰਦਾ। ਉਹਦਾ ਘਰ ਵਾਲਾ ਜਿਹਨੇ 4 ਦਾਜ ਦੀਆਂ ਛਿੱਲੜਾਂ ਦੇ ਲਾਲਚ ਲਈ ਆਪਣੇ ਪੁੱਤਰ ਦੀ ਮਾਂ ਨੂੰ ਨਰਕ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੋਣਾ। ਉਹਦੀ ਆਸ 'ਤੇ ਨਿੱਕੀ ਜਿਹੀ ਜਿੰਦ ਨੂੰ ਛੱਡਣ ਦਾ ਹੌਸਲਾ ਕਿਵੇਂ ਕਰ ਸਕਦੀ ਸੀ ਉਹ? ਕਈ ਵਾਰ ਰੁਕੀ ਹੋਵੇਗੀ ਨਹਿਰ 'ਤੇ ਜਾ ਕੇ, ਕਿੰਨੀ ਵਾਰ ਅੰਦਰ ਜ਼ਿੰਦਗੀ ਦੀ ਰੀਝ ਨੂੰ ਦੁਬਾਰਾ ਪਾਲਿਆ ਹੋਣਾ ਉਹਨੇ। ਫਿਰ ਖੌਰੇ ਕਿਵੇਂ ਜ਼ਿੰਦਗੀ ਜਿਉਣ ਤੋਂ ਵੀ ਵੱਡਾ ਹੌਸਲਾ ਉਹਨੂੰ ਮੌਤ ਲਈ ਕਰਨਾ ਪਿਆ ਹੋਣਾ। ਇਹ ਗੱਲਾਂ ਸੋਚਦੀ ਮੈਂ ਅਤੀਤ ਵੱਲ ਤੁਰ ਗਈ। ਬਿਨਾਂ ਮਾਂ ਦੀ ਧੀ ਤਮਾਮ ਉਮਰ ਬਗਾਨੇ ਘਰ 'ਚ 30 ਤੋਂ 20 ਦਿਨ ਹੰਝੂਆਂ ਸੰਗ ਕੱਟਦੀ ਸੀ। ਆਪਣੇ ਬੱਚਿਆਂ ਲਈ ਹੱਸ ਕੇ ਹਰ ਕੁਰਬਾਨੀ ਕਰ ਗਈ। ਸਾਰੀ ਰਾਤ ਆਪਣੇ ਨਾਲ ਲਿਪਟੇ ਨਿਆਣਿਆਂ ਸੰਗ ਇਉਂ ਮੁਸਕਰਾਉਂਦੀ ਜਿਉਂ ਦੁਨੀਆ ਦੀ ਸਭ ਤੋਂ ਖੁਸ਼ਨਸੀਬ ਔਰਤ ਹੋਵੇ। ਵਕਤਾਂ ਬਾਅਦ ਆਉਂਦੇ ਬਾਪੂ ਨੂੰ ਇਉਂ ਹੁੱਬ-ਹੁੱਬ ਸਭ ਠੀਕ ਹੋਣ ਦੀਆਂ ਗੱਲਾਂ ਦੱਸਦੀ ਜਿਉਂ ਫੁੱਲਾਂ ਦੀ ਸੇਜ 'ਤੇ ਪੈਰ ਟਿਕਾਈ ਰੱਖਦੀ ਹੋਵੇ। ਪਰ ਮੁੜਨ ਲੱਗਾ ਬਾਪੂ ਚੰਦ ਹੰਝੂਆਂ 'ਚੋਂ ਹੀ ਧੀ ਦੀ ਹਰ ਪੀੜ ਨੂੰ ਸਮਝ ਲੈਂਦਾ ਸੀ। ਸ਼ਾਇਦ ਇਸੇ ਲਈ ਹੀ ਬਾਕੀ ਸਾਰੀਆਂ ਧੀਆਂ ਨਾਲੋਂ ਆਪਣੇ ਬੋਝੇ 'ਚੋਂ ਉਸ ਧੀ ਦੀ ਮੁੱਠੀ 'ਚ ਕੁਝ ਜ਼ਿਆਦਾ ਹੀ ਪੈਸੇ ਧਰ ਦਿੰਦਾ। ਸੋਚਦਾ ਖੌਰੇ ਕੀ ਹੋਣਾ ਇਹਦੀ ਜ਼ਿੰਦਗੀ 'ਚ। ਡਾਢੇ ਨੇ ਇਹਦੀ ਕਿਸਮਤ ਇਉਂ ਕਿਉਂ ਲਿਖ ਦਿੱਤੀ? ਪਰ ਪਿਓ ਜੇ ਕਿਸਮਤ ਲਿਖ ਸਕਦਾ ਤਾਂ ਸ਼ਾਇਦ ਉਸਨੂੰ ਦੁਨੀਆ ਦੀ ਸਭ ਤੋਂ ਸੋਹਣੀ ਜ਼ਿੰਦਗੀ ਬਖਸ਼ਦਾ। ਉਹਦੀਆਂ ਹੰਝੂਆਂ ਭਰੀਆਂ ਅੱਖਾਂ ਸਾਹਮਣੇ ਵਿਦਾ ਲੈਣ ਲੱਗਿਆ ਉਹ ਅਕਸਰ ਕਹਿ ਦਿੰਦਾ, ਕੋਈ ਦੁੱਖ ਹੋਇਆ ਤਾਂ ਮੈਨੂੰ ਜ਼ਰੂਰ ਦੱਸੀ। ਭਾਵੇਂ ਜਾਣਦਾ ਸੀ ਕਿ ਇਹ ਅੱਖਾਂ ਉਹਨੂੰ ਸਭ ਕੁਝ ਕਹਿ ਦਿੰਦੀਆਂ ਨੇ, ਪਰ ਪਿਓ ਕਦੋਂ ਧੀਆਂ ਦੇ ਦੁੱਖ ਵੰਡਾ ਸਕਦੇ ਨੇ? ਫਿਰ ਸੋਚਦੀ ਹਾਂ ਖੌਰੇ ਕਿੰਨੀਆਂ ਕੁ ਧੀਆਂ ਇੰਜ ਦੇ ਜੀਵੜੇ 'ਚ ਡੁੱਬੀਆਂ ਪਲ-ਪਲ ਘੁੱਟਦੀਆਂ ਨੇ, ਜਿੱਥੇ ਬੱਚਿਆਂ ਦਾ ਮੋਹ ਬਗਾਵਤ ਨਹੀਂ ਕਰਨ ਦਿੰਦਾ ਤੇ ਬਗਾਨੇ ਜਿਉਣ ਨਹੀਂ ਦਿੰਦੇ। ਕਿਤੇ ਕਾਗਜ਼ ਦੇ ਕੁਝ ਟੁਕੜਿਆਂ ਤੋਂ ਵੀ ਸਸਤੀਆਂ ਹਾਂ ਅਸੀਂ, ਤੇ ਕਿਤੇ ਬਾਪੂ ਦੀ ਇੱਜ਼ਤ ਮਹਿੰਗੀ ਪੈ ਜਾਂਦੀ ਹੈ ਸਾਡੇ ਫੈਸਲਿਆਂ 'ਤੇ। ਇਹ ਵੀ ਨਹੀਂ ਆਖ ਸਕਦੀਆਂ ਪਿਓ ਨੂੰ ਵੀ ਬਾਪੂ ਬਗਾਨੇ ਵਿਹੜੇ ਦਮ ਘੁੱਟਦਾ ਸਾਡਾ, ਆਪਣੇ ਸਿਆੜਾਂ 'ਚ ਇੱਕ ਸਿਆੜ ਧੀ ਲਈ ਵੀ ਰੱਖ ਲੈ, ਥੋੜ੍ਹਾ ਖਾ ਕੇ ਵੀ ਨਿਆਣੇ ਪਾਲ ਲਵਾਂਗੇ। ਪਰ ਬਗਾਨੇ ਵਿਹੜੇ ਦੇ ਮਾਲਕ
ਆਪਣੀ ਮਰਜ਼ੀ ਦੇ ਗਰੂਰ 'ਚ ਕਦੇ ਸਾਨੂੰ ਖੁਸ਼ਨਸੀਬੀਆਂ ਨਾਲ ਨਹੀਂ ਜਿਉਣ ਦੇ ਸਕਦੇ। ਔਲਾਦਾਂ ਦੇ ਮੋਹ ਰੱਸਿਆਂ ਵਰਗੇ ਨੇ, ਬਾਪੂ ਦੀ ਇੱਜ਼ਤ ਜੰਜੀਰਾਂ ਵਰਗੀ, ਤੇ ਸਾਡੀ ਜ਼ਿੰਦ ਕਾਗਜ਼ ਦੇ ਟੁਕੜਿਆਂ ਦੇ ਸਾਹਮਣੇ ਪਾਣੀ ਦੇ ਬੁਲਬੁਲੇ ਵਰਗੀ। ਇੱਕ 22 ਕੁ ਵਰ੍ਹਿਆਂ ਦੀ ਖੂਬਸੂਰਤ ਮੁਟਿਆਰ ਜਿੱਥੇ ਮੰਗੀ ਹੋਈ ਸੀ, ਉੱਧਰੋਂ 3 ਕੁ ਮਹੀਨਿਆਂ ਬਾਅਦ ਜਵਾਬ ਆ ਗਿਆ। ਘਰਦਿਆਂ ਨੇ ਆਏ ਹੋਏ ਇਸ ਤੂਫਾਨ 'ਤੇ ਕੋਈ ਸ਼ਿਕਵਾ ਨਹੀਂ ਸੀ ਵੇਖਿਆ ਉਹਦੇ ਮੁਖੜੇ 'ਤੇ। 15 ਕੁ ਦਿਨ ਲੰਘਿਆਂ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਸ਼ਾਂਤ ਸੀ। ਇੱਕ ਦਿਨ ਉਹਨੇ ਮਾਂ ਨੂੰ ਕਿਹਾ, ਪੁਰਾਣੀਆਂ ਸਹੇਲੀਆਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਮੇਰਾ। ਮਿਲਣ ਗਈ ਨੇ ਸਾਰਾ ਦਿਨ ਉਹਨਾਂ ਨਾਲ ਲੰਘਾਇਆ। ਉਸ ਦਿਨ ਦੀ ਰਾਤ ਤੋਂ ਬਾਅਦ ਦਾ ਸਵੇਰਾ ਕਹਿਰਾਂ ਵਰਗਾ ਸੀ ਉਸ ਪਰਿਵਾਰ ਲਈ। ਸਵੇਰ ਹੁੰਦਿਆਂ ਸਭ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਜਵਾਨ ਧੀ ਦੀ ਲਾਸ਼ ਕਮਰੇ ਵਿੱਚ ਦੁਨੀਆ ਦੇ ਸਾਰੇ ਗਮ ਭੁਲਾ ਕੇ ਸੁੱਤੀ ਪਈ ਸੀ। ਉੱਥੇ ਉਹਦੀ ਕਿਸਮਤ ਲਿਖਣ ਵਾਲੇ ਨਾਲ ਰੋਸੇ ਕਰਨ ਵਾਲੇ ਤੇ ਹੰਝੂਆਂ ਨਾਲ ਭਿੱਜੀਆਂ ਕਈ ਅੱਖਾਂ ਸੀ, ਪਰ ਮੌਕਾ ਹੁਣ ਹੱਥੋਂ ਲੰਘ ਚੁੱਕਿਆ ਸੀ। ਉਹਦੀ ਜ਼ਿੰਦ ਹੁਣ ਮਿੱਟੀ ਦੀ ਢੇਰੀ ਬਣੀ ਪਈ ਸੀ। ਸ਼ਾਇਦ ਕਿਸੇ ਨੇ ਉਹਦੇ ਅੰਦਰੋਂ ਕੁਝ ਮਰਿਆ ਮਰਿਆ ਮਹਿਸੂਸ ਹੀ ਨਹੀਂ ਕੀਤਾ। ਰੁੱਖਾਂ 'ਤੇ ਬਹਾਰ ਆਉਂਦੀ ਏ ਤਾਂ ਪਤਾ ਲੱਗ ਜਾਂਦਾ, ਫਿਰ ਪਤਝੜ ਆਉਂਦੀ ਆ ਤਾਂ ਸਾਰੇ ਜਾਣ ਜਾਂਦੇ ਨੇ। ਉਸੇ ਰੁੱਖ ਦੇ ਮਹਿਕਦੇ ਪੱਤੇ ਧਰਤ 'ਤੇ ਪੀਲੇ ਹੋ ਕੇ ਡਿੱਗਦੇ ਨੇ। ਉਹਦੀ ਜ਼ਿੰਦਗੀ 'ਚ ਆਈ ਪਤਝੜ ਦੀ ਹਾਮੀ ਭਰ ਜਾਂਦੇ ਨੇ। ਪਰ ਇਹ ਕਿਹੀ ਰੁੱਤ ਹੈ, ਕਿਹੋ ਪੈਮਾਨਾ, ਕਿੱਥੋਂ ਮਿਲਦਾ ਜਿੱਥੇ ਬੰਦੇ ਦੀ ਜ਼ਿੰਦਗੀ 'ਚ ਆਈ ਪਤਝੜ ਦਾ ਹਿਸਾਬ ਲਾ ਲਵੇ ਦੂਜਾ ਬੰਦਾ, ਤੇ ਕਦੀ ਉਹਨੂੰ ਆਪਣੀਆਂ ਅੱਖਾਂ ਤੋਂ ਦੂਰ ਨਾ ਕਰੇ। ਘੁੱਟ ਕੇ ਕਲਾਵੇ 'ਚ ਲੈ ਕੇ ਉਦੋਂ ਤੱਕ ਰੱਖੇ ਜਦੋਂ ਤੱਕ ਉਹਦੇ ਗਮ ਰੁੱਖ ਦੇ ਪੀਲੇ ਪੱਤਿਆਂ ਵਾਂਗੂ ਧਰਤੀ 'ਤੇ ਨਾ ਡਿੱਗ ਜਾਣ, ਇੱਕ ਨਵੀਂ ਬਹਾਰ ਉਹਦੀ ਰੂਹ 'ਤੇ ਖੇੜਾ ਨਾ ਲੈ ਆਵੇ।